ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਦਿੱਲੀ। ਜੀ ਹਾਂ, ਦਿੱਲੀ ਵਿੱਚ ਨਵੇਂ ਭਾਰਤ ਦੀ ਨਵੀਂ ਤਸਵੀਰ ਸਾਹਮਣੇ ਆਉਣ ਜਾ ਰਹੀ ਹੈ। ਥੋੜੀ ਦੇਰ ਦੇ ਬਾਅਦ ਨਵੇਂ ਭਾਰਤ ਦੀ ਨਵੀਂ ਤਸਵੀਰ ਨਜ਼ਰ ਆਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤੱਵਯ ਪਥ, ਜਿਹੜਾ ਪਹਿਲਾਂ ਰਾਜਪਥ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ, ਹੁਣ ਉਸ ਦਾ ਨਾਂ ਕਰਤੱਵਯ ਪਥ ਕੀਤਾ ਗਿਆ ਤੇ ਕਰਤੱਵਯ ਪਥ ਦੀ ਘੁੰਡ ਚੁਕਾਈ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਦਘਾਟਨ ਕਰਨਗੇ ਇੰਡੀਆ ਗੇਟ ਤੇ ਸੁਭਾਸ਼ ਚੰਦਰ ਬੋਸ ਦੀ प्रतिमा भी, उन्होंने बुत का भी घुंड चुकाई की जाएगी तो लोक अर्पित उसनूं किया जाएगा। आम लोग भी सेंट्रल विस्टा जिहड़ा हैगा वो वेख सकणगे ते आम लोकां दे लई विस्टा 9 सितंबर तो खुलेगा। ये राष्ट्रपति भवन की तरफ जाते हैं, ये हमारे पार्लियामेंट की तरफ जाते हैं कर्तव्य करने के लिए, इसलिए इस पद का नाम रखा गया है कर्तव्य पद। बहुत अच्छी बात है और हमारी जो भी लोग यहाँ मंत्री हो, सांसद हो, जब सांसद भवन में आएंगे तो कर्तव्य करने के लिए आएंगे, इसलिए इसको कर्तव्य पथ रखे गए हैं। आप पूर्वोत्तर से आते हैं, नेताजी सुभाष चंद्र बोस बहुत बड़ा नाम है इस रीजन में, उनको जिस तरह का रिकॉग्निशन दिया वो कितना जरूरी है? देखिए, सुभाष चंद्र बोस को पूरा वर्ल्ड जानते हैं, सिर्फ इंडिया के लोग ही नहीं, और हम लोग नॉर्थ ईस्ट से आते हैं। नॉर्थ ईस्ट में भी हम लोग बहुत मानते हैं सुभाष चंद्र बोस जी को, और उनकी आज एक प्रतिमूर्ति की भी अनावरण होगी। बहुत अच्छी बात है। भारत के प्रधानमंत्री को बहुत बहुत धन्यवाद देते हैं। नित्यानंद जी, एक सेकंड, एक ही सवाल है। तरीके से कर्तव्य का क्या मतलब होता है, और यह कर्तव्य काल है। कर्तव्य काल में सब मिलकर अपने कर्तव्य का निर्वहन कर इस देश को महान बनाएंगे और माननीय प्रधानमंत्री जी के संकल्प को पूरा करेंगे। मैं आ रही हूँ सर, आप अंदर जाइए, मैं आ रही हूँ। मेरे पिताजी आजाद हिंद फौज। जी जी, मैं आ रही हूँ, बस 5 मिनट। सो राष्ट्रपथ, जी हां, ਅਸੀਂ ਇਸ ਨੂੰ ਰਾਸ਼ਟਰਪਤ ਕਹਿ ਰਹੇ ਹਾਂ ਕਿਉਂਕਿ ਇਹ ਪਹਿਲਾਂ ਰਾਜਪਥ ਸੀਗਾ। ਰਾਜਪਥ ਤੋਂ ਹੁਣ ਇਸ ਦਾ ਨਾਂ ਰੱਖਿਆ ਗਿਆ ਹੈ ਕਰਤੱਵਯ ਪਥ, और सेंट्रल विस्टा ਦਾ ਅੱਜ ਉਦਘਾਟਨ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਹੁਣ ਤੋਂ ਕੁਝ ਦੇਰ ਬਾਅਦ ਉਹ ਤਸਵੀਰਾਂ ਸਾਹਮਣੇ ਆਉਣਗੀਆਂ, ਔਰ ਸ਼ਾਨਦਾਰ ਤਸਵੀਰਾਂ ਇਸ ਥਾਂ ਦੀਆਂ ਜਿੱਥੇ ਆਮ ਲੋਕ ਜਿਹੜਾ ਹੈਗਾ, ਹਾਲਾਂਕਿ ਹਜੇ ਆਮ ਲੋਕਾਂ ਦੇ ਲਈ ਇਹ ਬਾਅਦ ਵਿੱਚ ਖੁੱਲੇਗਾ, ਪਰ ਅੱਜ ਜਿਹੜਾ ਹੈਗਾ ਇਸ ਦੀ ਘੁੰਡ ਚੁਕਾਈ ਹੋਵੇਗੀ, ਔਰ ਇੱਥੇ ਬਕਾਇਦਾ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਵੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਦੇ ਵੱਲੋਂ। ਔਰ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਨਿਊਜ਼ 18 ਤੇ ਤੁਹਾਨੂੰ ਅਸੀਂ ਦਿਖਾਵਾਂਗੇ। ਇਸ ਦੀਆਂ ਤਸਵੀਰਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ। ਇਹ ਜਿਹੜੀ ਥਾਂ ਹੈਗੀ ਹੈ ਜਿਸ ਨੂੰ ਮੁੜ ਉਸਾਰੀ ਇਸ ਦੀ ਕੀਤੀ ਗਈ ਹੈ, ਬਿਊਟੀਫਿਕੇਸ਼ਨ ਇਸ ਦਾ ਕੀਤਾ ਗਿਆ, ਔਰ ਇਸ ਦਾ ਨਾਂ ਜਿਹੜਾ ਹੈਗਾ ਉਹ ਤਬਦੀਲ ਕੀਤਾ ਗਿਆ ਹੈ। ਕਰਤੱਵਯ ਪਥ ਅੱਜ ਤੋਂ ਇਸ ਥਾਂ ਦਾ ਨਾਂ ਹੋਏਗਾ, ਔਰ ਇਹ ਉਹੀ ਕਰਤੱਵਯ ਪਥ ਹੈ ਜਿੱਥੇ ਗਣਰਾਜ ਦਿਹਾੜੇ ਦੇ ਮੌਕੇ ਕੌਮੀ ਜਿਹੜਾ ਸਮਾਗਮ ਹੈਗਾ ਉਹ ਪ੍ਰਬੰਧਿਤ ਕੀਤਾ ਜਾਂਦਾ ਹੈ। ਔਰ ਕੌਮੀ ਸਮਾਗਮ ਦੇ ਮੌਕੇ ਜਿਹੜਾ ਹੈਗਾ ਇੱਥੋਂ ਜਿਹੜੀ ਪਰੇਡ ਨਿਕਲਦੀ ਹੈ, ਵੱਖ-ਵੱਖ ਸੁਰੱਖਿਆ ਦਸਤੇ ਜਿਹੜੇ ਨੇ, ਫੌਜ ਦੀਆਂ ਟੁਕੜੀਆਂ ਜਿਹੜੀਆਂ ਨੇ, ਜਾਂ NCC ਜਿਹੜੀ ਹੈਗੀ ਹੈ, NCC NSS, ਬਾਕੀ ਜਿਹੜੇ ਦਸਤੇ ਨੇ, ਉਹਨਾਂ ਦੀ ਪਰੇਡ ਜਿਹੜੀ ਹੈਗੀ ਹੈ ਉਹ ਇੱਥੇ ਪਰੇਡ ਕਰਦੇ ਹੋਏ ਲੰਘਦੇ ਨੇ, ਔਰ ਤਿਰੰਗੇ ਝੰਡੇ ਨੂੰ ਜਿਹੜਾ ਹੈਗਾ ਉਹ ਸਲਾਮੀ ਦਿੰਦੇ ਨੇ। ਇਸੇ ਥਾਂ ਤੇ ਜਿਹੜਾ ਹੈਗਾ ਉਹ ਸਲਾਮੀ ਦਿੱਤੀ ਜਾਂਦੀ ਹੈ ਗਣਰਾਜ ਦਿਹਾੜੇ ਦੇ ਮੌਕੇ। ਪਰ ਹੁਣ ਇਸ ਦੀ ਦਿੱਖ ਜਿਹੜੀ ਹੈਗੀ ਉਹ ਬਦਲੀ ਹੋਈ ਨਜ਼ਰ ਆਏਗੀ, ਵੱਖਰੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ। ਸੈਂਟਰਲ ਵਿਸਟਾ ਪ੍ਰੋਜੈਕਟ ਜਿਹੜਾ ਸੀਗਾ ਉਸ ਨੂੰ ਅੱਜ ਪ੍ਰਧਾਨ ਮੰਤਰੀ ਲੋਕ ਅਰਪਿਤ ਕਰਨ ਜਾ ਰਹੇ ਨੇ। के पथ पर चलकर इस देश में जनसेवक के रूप में हम सबको आम सामान्य नागरिक के रूप में इस देश की वैभव और एक नक्षत्र की तरह उभारने की क्षमता जो हमारे देश में, उस पर पूर्ण रूप से हमें लगना है। यही प्रधानमंत्री का आह्वान देश के हर नागरिक के लिए, हम सब के लिए, उससे प्रेरणा लेते हुए हम लोग जूझ कर उस सोच विचारधारा को हम लोग साकार करने के लिए पूर्ण रूप से हम लोग कोशिश करेंगे। थैंक यू, थैंक यू। अच्छा, ठीक है। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਅਸੀਂ, ਔਰ ਤਸਵੀਰਾਂ ਬੇहद ਖੂਬਸੂਰਤ ਨੇ ਕਿਉਂਕਿ ਬੇहद ਇੱਕ ਨਵੇਂ ਰੂਪ ਦੇ ਵਿੱਚ ਇੱਕ ਨਵਾਂ ਅਕਸ ਜਿਹੜਾ ਹੈਗਾ ਇਸ ਥਾਂ ਦਾ ਸਾਹਮਣੇ ਆ ਰਿਹਾ। ਅੱਜ ਘੁੰਡ ਚੁਕਾਈ ਹੋ ਰਹੀ ਹੈ ਇਸ ਥਾਂ ਤੇ, ਜਿਹੜਾ ਬਿਊਟੀਫਿਕੇਸ਼ਨ ਕੀਤਾ ਗਿਆ, ਇਸ ਥਾਂ ਨੂੰ ਖੂਬਸੂਰਤ ਬਣਾਇਆ ਗਿਆ, ਔਰ ਉਸ ਤੇ ਵੀ ਜਿਹੜਾ ਹੈਗਾ ਜਿਹੜੇ ਤਬਦੀਲੀਆਂ, ਕੁਝ ਤਰਮੀਮ ਜਿਹੜੀ ਹੈਗੀ ਉਹ ਕੀਤੀ ਗਈ ਹੈ। ਤਰਮੀਮ ਕਰਕੇ ਉਸ ਨੂੰ ਨਵੇਂ ਤਰੀਕੇ ਨਾਲ ਡਿਜ਼ਾਈਨ ਕਰਕੇ, ਔਰ ਇਸ ਵੇਲੇ ਇਸ ਥਾਂ ਨੂੰ ਪ੍ਰਧਾਨ ਮੰਤਰੀ ਹੁਣ ਤੋਂ ਕੁਝ ਦੇਰ ਬਾਅਦ ਦੇਸ਼ ਨੂੰ ਸਮਰਪਿਤ ਕਰਨਗੇ। ਦੇਸ਼ ਦੇ ਲਈ ਪ੍ਰਧਾਨ ਮੰਤਰੀ ਇਸ ਥਾਂ ਨੂੰ ਸਮਰਪਿਤ ਕਰ ਦੇਣਗੇ, ਔਰ ਆਮ ਲੋਕ ਜਿਹੜਾ ਹੈਗਾ ਉਹ ਵੀ
ਇਸ ਥਾਂ ਨੂੰ ਵੇਖ ਸਕਣਗੇ। ਇਹ ਥਾਂ ਜਿਹੜੀ ਹੁਣ ਤੱਕ ਰਾਜਪਥ ਦੇ ਨਾਂ ਦੇ ਨਾਲ ਜਾਣੀ ਜਾਂਦੀ ਸੀ, ਇਸ ਨੂੰ ਹੁਣ ਕਰਤੱਵਯ ਪਥ ਦੇ ਨਾਂ ਦੇ ਨਾਲ ਜਿਹੜਾ ਹੈਗਾ ਉਹ ਜਾਣਿਆ ਜਾਵੇਗਾ। ਔਰ ਕਰਤੱਵਯ ਪਥ ਜਿੱਥੇ ਹਰ ਵਾਰ ਸਮਾਗਮ ਹੁੰਦਾ ਹੈ, ਕੌਮੀ ਸਮਾਗਮ ਦੀ ਅਸੀਂ ਗੱਲ ਕਰ ਰਹੇ ਸੀਗੇ, ਗਣਰਾਜ ਦਿਹਾੜੇ ਦਾ। उनकी वजह से ही मिली है, हमें आज़ादी मांगने से नहीं मिली है, हमने आज़ादी अपने हक से ली है। मोदी जी की सरकार के द्वारा नेताजी सुभाष चंद्र बोस को लेकर खासकर उसको किस तरह से देखते हैं? मैंने हमेशा से ही कहा हुआ है कि मैं नेतावादी हूँ, नेताजी सुभाष चंद्रवादी हूँ, मैं गांधीवादी नहीं हूँ। और इस करके मुझे काफ़ी लोग काफ़ी परेशान भी रहते हैं कि मैं इस तरह से बात करती हूँ, लेकिन अपनी अपनी विचारधारा होती है। और मेरा मानना है कि नेताजी को और ऐसे कई क्रांतिकारियों के संघर्ष को, चाहे वो सावरकर जी हो, बिल्कुल डिनाय कर दिया था। बिकॉज एक पक्ष को ही दिखाया गया था, जो कि है कि मुझे एक चाटा मारो दूसरा गाल में मैं आगे करूंगा, वो ही एक पक्ष दिखाया गया कि हमें जो है वो भूख हड़ताल करके या डांडी मार्च करके ही हमें आज़ादी। ਸੋ ਕੰਗਨਾ ਰਣੌਤ ਨੂੰ ਤੁਸੀਂ ਸੁਣ ਰਹੇ ਸੀਗੇ, ਉਹ ਕਹਿੰਦੇ ਨੇ ਕਿ ਮੈਂ ਵੱਖਰੀ ਵਿਚਾਰਧਾਰਾ ਦੀਆਂ ਔਰ ਇਸੇ ਕਰਕੇ ਮੈਨੂੰ ਜਿਹੜਾ ਹੈਗਾ ਉਹ ਵੱਖਰੇ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਔਰ ਕੰਗਨਾ ਰਣੌਤ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ। ਕਰਤੱਵਯ ਪਥ ਦਾ ਹੁਣ ਤੋਂ ਕੁਝ ਦੇਰ ਬਾਅਦ ਕੁੰਡ ਚੁਕਾਈ ਕਰਨਗੇ ਪ੍ਰਧਾਨ ਮੰਤਰੀ। ਕੁਝ ਦੇਰ ਬਾਅਦ ਜਿਹੜਾ ਹੈਗਾ ਇਸ ਨੂੰ ਲੋਕ ਅਰਪਿਤ ਕਰ ਦੇਣਗੇ ਇਸ ਥਾਂ ਨੂੰ, ਔਰ ਲੋਕ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਥਾਂ ਨੂੰ ਦੇਖ ਸਕਣਗੇ। ਇੱਕ ਦੋ ਦਿਨਾਂ ਦੇ ਅੰਦਰ ਲੋਕਾਂ ਲਈ ਇਹ ਥਾਂ ਜਦੋਂ ਖੁੱਲ ਜਾਵੇਗੀ ਤਾਂ ਲੋਕ ਇੱਥੇ ਜਾ ਕੇ ਇਸ ਥਾਂ ਨੂੰ ਦੇਖਣਗੇ। ਜਿਸ ਤਰੀਕੇ ਪਹਿਲਾਂ ਰਾਜਪਥ ਤੇ ਆਉਂਦੇ ਸੀਗੇ ਘੁੰਮਣ, ਹੁਣ ਕਰਤੱਵਯ ਪਥ ਤੇ ਭਾਰਤ ਦੇ ਲੋਕ ਜਿਹੜਾ ਹੈਗਾ ਉਹ ਘੁੰਮਣ ਲਈ ਆਣਗੇ, ਇਸ ਥਾਂ ਨੂੰ ਵੇਖਣਗੇ। ਇਸ ਥਾਂ ਤੇ ਜਿਹੜੀ ਨੇਤਾ ਜੀ ਦਾ ਬੁੱਤ ਜਿਹੜਾ ਹੈਗਾ ਉਹ ਲਾਇਆ ਜਾਵੇਗਾ, ਕੁੰਡ ਚੁਕਾਈ ਉਸ ਦੀ ਕੀਤੀ ਜਾਵੇਗੀ। ਔਰ ਉਹ ਆਪਣੇ ਆਪ ਵਿੱਚ ਜਿਹੜਾ ਹੈਗਾ ਬੇहद ਇੱਕ ਖੂਬਸੂਰਤ ਥਾਂ ਦੁਨੀਆ ਦੇ ਸਾਹਮਣੇ ਭਾਰਤ ਪੇਸ਼ ਕਰਨ ਜਾ ਰਿਹਾ ਹੈ ਕਰਤੱਵਯ ਪਥ ਦੇ ਵਜੋਂ।